ਕਰਮ ਸਿੰਘ ਅਟਾਰੀ ਨੇ ਜੋ ਪੰਕਤੀਆਂ ਲਿਖੀਆਂ ਸਨ ਗਰੁੱਪ ਦੇ ਅੰਦਰ, ਨਾ ਕਰ ਹੋਸ਼ ਕੀ ਬਾਤ ਮੁਝੇ बेहोशी में रहने दे, बहुत मचा लिया शोरगुल अब खामोशी में रहने दे। नहीं, अगर तुसी खामोश हो ना ਤੇ ਮੈਂ ਤੁਹਾਡੀ ਖਾਮੋਸ਼ੀ ਨੂੰ ਤੋੜਨਾ ਨਹੀਂ ਚਾਹੁੰਦਾ। ਮੈਂ ਤੇ ਕਹਿੰਦਾ ਹਾਂ ਤੁਸੀਂ ਖਾਮੋਸ਼ ਹੋ ਜਾਓ, ਤੇ ਖਾਮੋਸ਼ ਹੋਣ ਵਾਸਤੇ ਹੀ ਰੋਜ਼ ਬੋਲ ਰਿਹਾ। ਤੇ ਮੈਂ ਤੇ ਹੁਣ ਬੋਲਣਾ ਵੀ ਨਹੀਂ ਚਾਹੁੰਦਾ ਹਾਂ ਅਗਰ ਤੁਸੀਂ ਖਾਮੋਸ਼ ਹੋ ਜਾਓ। ਮੈਂ ਪਿੱਛੇ ਕਿਹਾ ਵੀ ਹੈ ਵੀ ਮੈਂ ਹੁਣ ਬਹੁਤਾ ਨਹੀਂ ਬੋਲਾਂਗਾ, ਬਹੁਤੀਆਂ ਰਿਕਾਰਡਿੰਗਾਂ ਨਹੀਂ ਪਾਵਾਂਗਾ, ਤੁਸੀਂ ਖਾਮੋਸ਼ ਹੋ ਜਾਓ। ਵਧੀਆ ਹੈ, ਪਰ ਤੁਸੀਂ ਖਾਮੋਸ਼ ਨਹੀਂ ਹੋ ਰਹੇ ਹੋ। ਮੈਨੂੰ ਲੱਗਦਾ ਹੈ ਵੀ ਤੁਹਾਨੂੰ ਮੈਂ ਹਰ ਪੱਖ ਤੋਂ ਹੀ ਸਮਝਾ ਦਿੱਤਾ ਹੈ, ਬਹੁਤ ਢੰਗ ਨਾਲ ਦੱਸ ਦਿੱਤਾ ਹੈ, ਹਰ ਪੱਖ ਤੋਂ ਹੀ ਬੋਲਿਆ ਗਿਆ ਹੈ, ਸਮਝਾਇਆ ਗਿਆ ਹੈ ਕਿ ਤੁਹਾਨੂੰ ਸਮਝ ਵਿੱਚ ਆ ਗਿਆ ਹੋਵੇਗਾ, ਪਰ ਨਹੀਂ। ਫਿਰ ਤੁਸੀਂ ਬੋਲਣ ਨੂੰ ਮਜਬੂਰ ਕਰਦੇ ਹੋ, ਤੁਸੀਂ ਬੁਲਾਉਂਦੇ ਹੋ। ਦਰਅਸਲ ਜੋ ਵੀ ਬੁਲਾਇਆ ਹੈ ਨਾ, ਜਿਨ੍ਹਾਂ ਦੀ ਜਗਿਆਸਾ ਸੀ ਉਹਨਾਂ ਨੇ ਬੁਲਾਇਆ ਹੈ। ਮੈਂ ਥੋੜ੍ਹੀ ਬੋਲ ਰਿਹਾ ਹਾਂ, ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ, ਨਾ ਹੀ ਮੈਨੂੰ ਖਿਆਲ ਹੁੰਦਾ ਹੈ ਕੀ ਬੋਲਣਾ ਹੈ। ਤੁਹਾਡੇ ਵੱਲੋਂ ਕੋਈ ਜਗਿਆਸਾ ਉੱਠਦੀ ਹੈ ਕਿਸੇ ਦੀ, ਜਿਵੇਂ ਕੱਲ੍ਹ ਹੀ ਇੱਕ ਟੈਲੀਫੋਨ ਆਇਆ ਸੀ, ਉਹ ਕਹਿੰਦੇ ਜੋ ਵੀ ਸਵਾਲ ਹੁੰਦਾ, ਪ੍ਰਸ਼ਨ ਹੁੰਦਾ ਸਾਡੇ ਅੰਦਰ ਉੱਠਦਾ ਹੈ, ਉਹਦਾ ਹੀ ਤੁਸੀਂ ਜਵਾਬ ਦੇ ਦਿੰਦੇ ਹੋ, ਜਾਂ ਕਿਸੇ ਪੁਰਾਣੀ ਰਿਕਾਰਡਿੰਗ ਦੇ ਵਿੱਚ ਨਿਕਲ ਆਉਂਦਾ ਹੈ। ਤੇ ਜਵਾਬ ਜੋ ਤੁਹਾਡੇ ਅੰਦਰੋਂ ਸਵਾਲ ਉੱਠਦੇ ਹਨ, ਉਹਨਾਂ ਦਾ ਤੁਹਾਨੂੰ ਮਿਲ ਰਿਹਾ ਹੈ, ਤੇ ਤੁਸੀਂ ਬੁਲਾਉਂਦੇ ਹੋ। ਖਿਆਲ ਵਿੱਚ ਰੱਖੋ। ਇਸ ਕਰਕੇ ਤੇ ਮੇਰਾ ਵਾਰ-ਵਾਰ ਨਾ ਬੋਲਣ ਦਾ ਸੰਕਲਪ ਟੁੱਟ ਜਾਂਦਾ ਹੈ। ਜਿਵੇਂ ਕ੍ਰਿਸ਼ਨ ਜੀ ਨੇ ਸੰਕਲਪ ਕੀਤਾ ਸੀ ਨਾ ਵੀ ਮਹਾਭਾਰਤ ਦੇ ਯੁੱਧ ਵਿੱਚ ਸ਼ਸਤਰ ਨਹੀਂ ਉਠਾਉਣਾ ਹੈ, ਤੇ ਭੀਸ਼ਮ ਪਿਤਾਮਹ ਨੇ ਉਠਵਾ ਦਿੱਤਾ ਸੀ। ਸੰਕਲਪ ਉਹਨਾਂ ਦਾ ਤੋੜ ਦਿੱਤਾ, ਤੋੜਨਾ ਹੀ ਪਿਆ। ਜਿਹੜੇ ਪ੍ਰੇਮ ਕਰਦੇ ਹਨ, ਭੀਸ਼ਮ ਪਿਤਾਮਹ ਬਹੁਤ ਹੀ ਗਿਆਨਵਾਨ ਪੁਰਸ਼ ਸਨ, ਜਿਨ੍ਹਾਂ ਦੀ ਇੱਕੋ ਹੀ ਸ਼ਰਧਾ ਸੀ ਕਿ ਮੈਂ ਅਗਰ ਸਰੀਰ ਵੀ ਛੱਡਾਂ, ਸਰੀਰ ਦਾ ਅੰਤ ਵੀ ਹੋਵੇ, ਤੇ ਕ੍ਰਿਸ਼ਨ ਹੀ ਕਰਨ, ਕ੍ਰਿਸ਼ਨ ਦੇ ਹੱਥੋਂ ਹੀ ਮੈਂ ਮਰਾਂ ਤਾਂ ਕਿ ਮੈਂ ਮੁਕਤ ਹੋ ਸਕਾਂ। ਤਾਂ ਉਹਨਾਂ ਦੀ ਭਾਵਨਾ ਸੀ, ਉਹਨਾਂ ਦੀ ਸ਼ਰਧਾ ਸੀ, ਉਹ ਪੂਰੀ ਕਰਨ ਵਾਸਤੇ ਆਪਣਾ ਪ੍ਰਣ ਵੀ ਤੋੜ ਦਿੱਤਾ ਉਹਨਾਂ ਨੇ। ਏਦਾਂ ਹੀ ਜੋ ਭਾਵ ਹੁੰਦਾ ਹੈ ਨਾ, ਉਹਦੇ ਸਾਹਮਣੇ ਸਾਰੇ ਹੀ ਪ੍ਰਣ ਟੁੱਟ ਸਕਦੇ ਹਨ। ਪ੍ਰੇਮ ਦੇ ਸਾਹਮਣੇ ਕੋਈ ਪ੍ਰਣ ਰਹਿੰਦਾ ਹੈ, ਕੋਈ ਮਰਿਆਦਾ ਰਹਿੰਦੀ ਹੈ, ਕੋਈ ਨਿਯਮ ਰਹਿੰਦਾ, ਕੋਈ ਸੰਕਲਪ ਨਹੀਂ ਰਹਿ ਸਕਦਾ, ਟੁੱਟ ਜਾਂਦੇ ਹਨ। ਤੇ ਤੁਸੀਂ ਹੀ ਬੁਲਾ ਰਹੇ ਹੋ। ਤੇ ਅਗਰ ਤੁਸੀਂ ਖਾਮੋਸ਼ ਹੋ ਜਾਓ ਤੇ ਫਿਰ ਮੈਂ ਬੋਲਾਂ ਨਾ ਬੋਲਾਂ, ਖਿਆਲ ਵਿੱਚ ਰੱਖੋ ਤੁਹਾਨੂੰ ਫਰਕ ਨਹੀਂ ਪਵੇਗਾ। ਹੁਣ ਰਿਕਾਰਡਿੰਗ ਤੁਹਾਡੇ ਟੈਲੀਫੋਨ ਤੇ ਜਾ ਰਹੀ ਹੈ, ਤੇ ਕੱਢ ਕੇ ਸੁਣੋ ਨਾ ਸੁਣੋ, ਹੁਣ ਜ਼ਬਰਦਸਤੀ ਤੇ ਮੈਂ ਤੁਹਾਨੂੰ ਸਾਹਮਣੇ ਬਿਠਾ ਕੇ ਸੁਣਾ ਨਹੀਂ ਰਿਹਾ, ਤੇ ਟੈਲੀਫੋਨ ਤੇ ਹੀ ਹੈ ਨਾ। ਪਰ ਸਮੱਸਿਆ ਇਹ ਹੈ ਜਿਨ੍ਹਾਂ ਨੇ ਸੁਣ ਲਿਆ ਹੈ, ਜਿਨ੍ਹਾਂ ਦੇ ਅੰਦਰ ਸ਼ਬਦ ਦਾ ਬਾਣ ਲੱਗ ਗਿਆ,
ਉਹ ਹਟ ਵੀ ਨਹੀਂ ਸਕਦੇ ਸੁਣਨ। ਅਗਰ ਥੋੜ੍ਹੇ ਦਿਨ ਨਾ ਸੁਣਨ ਨਾ, ਉਹਨਾਂ ਨੂੰ ਬੇਚੈਨੀ ਸ਼ੁਰੂ ਹੋ ਜਾਂਦੀ, ਸੁਣਨਾ ਹੀ ਪੈਂਦਾ। ਕਈ ਗਰੁੱਪਾਂ ਦੇ ਵਿੱਚੋਂ ਨੰਬਰ ਜਿਵੇਂ ਲੈਫਟ ਕਰ ਲੈਂਦੇ ਹਨ, ਹਟ ਜਾਂਦੇ ਹਨ, ਤੇ ਕਈ ਤੇ ਜਿਵੇਂ ਤੁਸੀਂ ਕਿਹਾ ਹੈ ਬੇਚੈਨੀ ਹੁੰਦੀ ਹੈ ਸੁਣ ਕੇ। ਗੱਲ ਹੀ ਕੁਛ ਐਸੀ ਹੈ, ਸੱਤ ਨੂੰ ਸੁਣਨਾ ਬਹੁਤ ਕਠਿਨ ਹੈ। ਸੰਸਾਰ ਨੂੰ ਛੱਡੂਗਾ ਤਾਂ ਸੱਤ ਨੂੰ ਸੁਣ ਹੋਵੇਗਾ, ਸੰਸਾਰ ਨੂੰ ਛੱਡਣ ਨੂੰ ਤਿਆਰ ਨਹੀਂ, ਇਸ ਕਰਕੇ ਬੇਚੈਨੀ ਹੁੰਦੀ ਹੈ ਤੇ ਛੱਡ ਦਿੰਦੀ। ਕਈਆਂ ਨੂੰ ਛਡਵਾਇਆ ਜਾਂਦਾ ਹੈ ਵੀ ਆਪਣੇ ਟੈਲੀਫੋਨ ਦੇ ਵਿੱਚੋਂ ਕੱਢੋ ਨੰਬਰ, ਤੇ ਜਿਹੜੇ ਆਪਣੇ ਹਨ ਉਹਨਾਂ ਦੇ ਉਹੀ ਨਹੀਂ ਸੁਣਨ ਦਿੰਦੇ ਹਨ, ਕਿਉਂਕਿ ਉਹਨਾਂ ਦਾ ਜਿਹੜੇ ਸੁਣਦੇ ਹਨ ਉਹ ਧਿਆਨ ਹਟਦਾ ਹੈ, ਉਹ ਨਾਰਾਜ਼ ਹੁੰਦੇ ਹਨ। ਜਾਂ ਕੁਛ ਧਾਰਮਿਕ ਲੋਕ ਹਨ, ਉਹ ਜ਼ਿਆਦਾ ਕਹਿੰਦੇ ਹਨ ਕਿ ਤੁਸੀਂ ਕਿਹਨਾਂ ਨੂੰ ਸੁਣ ਰਹੇ ਹੋ, ਤੁਸੀਂ ਭਟਕ ਜਾਓਗੇ, ਆਪਣੇ ਧਰਮ ਨੂੰ ਛੱਡ ਦਿਓਗੇ। ਤੋਂ ਨੰਬਰ ਵਿੱਚੋਂ ਕੱਢ ਲੈਂਦੇ ਹਨ ਆਪਣਾ ਗਰੁੱਪ ਚੋਂ, ਪਰ ਉਹ ਹਟ ਨਹੀਂ ਸਕਦੇ ਹਨ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਵੀ ਅਸਰ ਹੋਇਆ ਹੈ ਸ਼ਬਦ ਦਾ। ਉਹ ਫਿਰ ਜੋ ਨੈੱਟ ਦੇ ਅੰਦਰ ਰਿਕਾਰਡਿੰਗਾਂ ਪੈਂਦੀਆਂ ਹਨ ਜਾਂ ਪਈਆਂ ਹੋਈਆਂ ਹਨ ਪੁਰਾਣੀਆਂ, ਉਹ ਕੱਢ ਕੱਢ ਕੇ ਸੁਣਦੇ ਹਨ। ਮੈਨੂੰ ਦੱਸਦੇ ਵੀ ਹਨ ਕਈ ਵੀ ਚੋਰੀ ਸੁਣਨੀਆਂ ਪੈਂਦੀਆਂ ਹਨ ਫਿਰ, ਕਿਉਂਕਿ ਦੇਖ ਨਾ ਲਵੇ ਕੋਈ। ਤੇ ਜਿਨ੍ਹਾਂ ਨੇ ਸੁਣਿਆ ਹੈ, ਜਿਨ੍ਹਾਂ ਦੇ ਅੰਦਰ ਅਸਰ ਹੋਇਆ ਹੈ, ਉਹ ਹਟ ਨਹੀਂ ਸਕਦੇ। ਤੇ ਨਾ ਸੁਣਨਾ ਹੋਵੇ ਤੇ ਕੋਈ ਗੱਲ ਨਹੀਂ ਹੈ, ਟੈਲੀਫੋਨ ਦੇ ਵਿੱਚ ਰਿਕਾਰਡਿੰਗ ਪਈ ਹੈ, ਨਾ ਸੁਣੋ। ਅੱਗੇ ਲਿਖਿਆ ਹੈ, ਉਸकी याद में एक अनोखा सा रस है, मुझे अब उसी की मदहोशी में रहने दे। ਹੁਣ ਤੁਸੀਂ ਖਿਆਲ ਕਰੋ ਥੋੜਾ ਜਿਹਾ, ਅਗਲੀਆਂ ਪੰਕਤੀਆਂ ਵੀ ਸੁਣ ਲਓ। ना भटका मुझे अब उस मंजिल को पाने से, इस रास्ते पर मुझे गर्मजोशी में रहने दे। ਇਹ ਕਿਹਨੂੰ ਕਹਿ ਰਿਹਾ ਹੈ? भी अनोखा सा स्वाद है उसकी याद में, उसी की याद में मदहोशी में रहने। ਹੁਣ ਉਹਦੀ ਯਾਦ ਦੇ ਵਿੱਚ ਹੋਵੇ ਇਹ, ਤੇ ਇਹ ਜੋ ਮੈਨੂੰ ਪਰਸਨ ਇੱਕ ਮੈਸੇਜ ਕਰਕੇ ਕਿਹਾ ਹੈ, ਉਹ ਨਹੀਂ ਸੀ ਕਹਿਣਾ। ਹੁਣ ਅੱਜ ਇਹ ਮੈਸੇਜ ਕਰਕੇ ਮੈਨੂੰ ਆਪਣੀ ਅਵਸਥਾ ਦੱਸੀ ਹੈ। ਸਤਿ ਸ੍ਰੀ ਅਕਾਲ ਬਾਬਾ ਜੀ। ਬਾਬਾ ਜੀ, ਕਈ ਵਾਰ ਤੁਹਾਨੂੰ ਸੁਣਨ ਨਾਲ ਬਹੁਤ ਸਕੂਨ ਮਿਲਦਾ, ਪਰ ਕਈ ਵਾਰ ਬਹੁਤ ਬੇਚੈਨੀ ਮਹਿਸੂਸ ਹੁੰਦੀ। ਇਸ ਦਾ ਕੀ ਕਾਰਨ ਹੋ ਸਕਦਾ? ਇਹੋ ਹੀ ਆ ਸੱਜਣ ਜਿਹੜੀ ਆ ਕਵਿਤਾ ਲਿਖੀ ਹੈ ਜਿਹਨੇ। ਮੈਨੂੰ ਕਈ ਵਾਰੀ ਲੱਗਦਾ ਕਿ ਮੈਂ ਬਹੁਤ ਦੂਰ ਆ ਅਜੇ, ਇਹ ਮੇਰੇ ਵੱਸ ਦੀ ਗੱਲ ਨਹੀਂ, ਮੈਂ ਉਲਝਿਆ ਹੋਇਆ, ਤੁਸੀਂ ਕਿਰਪਾ ਕਰਕੇ ਰਾਹ ਵਿਖਾਓ। ਹੁਣ ਦੇਖੋ ਕਵਿਤਾ ਦੇ ਵਿੱਚ ਕੀ ਕਹਿ ਰਿਹਾ ਹੈ ਤੇ ਅਸਲੀਅਤ ਦੇ ਵਿੱਚ ਕੀ ਹੈ, ਖਿਆਲ ਕਰੋ। ਹੁਣ ਕਵਿਤਾ ਜਿਹੜੀ ਹੈ ਇਹ ਗਰੁੱਪਾਂ ਵਿੱਚ ਪਾਈ ਜਾ ਰਹੀ ਹੈ, ਵੀ ਗਰੁੱਪ ਦੇ ਵਿੱਚ ਕੋਈ ਕਵਿਤਾ ਪੜ੍ਹੇਗਾ
तो सोचेगा आहा ਇਹ ਹੈ, ਇਹਦੀ ਲਗਨ ਲੱਗੀ ਹੋਈ ਇਹ ਮਦਹੋਸ਼ੀ ਦੇ ਵਿੱਚ। ਤੇ ਕਵਿਤਾ ਦੁਆਰਾ ਹੰਕਾਰ ਦੀ ਤ੍ਰਿਪਤੀ ਹੋਵੇਗੀ, ਪਰ ਕਵਿਤਾ ਬਿਲਕੁਲ ਝੂਠ ਹੈ। ਸੱਚ ਆ ਹੈ ਜੋ ਇਹਨੇ ਇੱਧਰ ਲਿਖਿਆ ਹੋਇਆ, ਪਰ ਇਹ ਜੋ ਲਿਖਿਆ ਹੋਇਆ ਇਹ ਪਾਉਣਾ ਚਾਹੀਦਾ ਸੀ ਗਰੁੱਪ ਦੇ ਵਿੱਚ। ਜੋ ਕਵਿਤਾ ਸੀ ਉਹ ਭਾਵੇਂ ਮੈਨੂੰ ਇਕੱਲੇ ਨੂੰ ਪਾ ਦਿੰਦਾ, ਪਰ ਕੀਤਾ ਉਲਟਾ ਹੈ। ਇਹੋ ਹੀ ਮਨ ਦੀ ਚਲਾਕੀ ਹੈ। ਮਨ ਹਰ ਥਾਂ ਹੀ ਵਡਿਆਈ ਚਾਹੁੰਦਾ ਹੈ, ਖੁਸ਼ਾਮਤ ਚਾਹੁੰਦਾ ਹੈ, ਪ੍ਰਭਤਾ ਚਾਹੁੰਦਾ। ਦੇਖੋ ਆ ਗਰੁੱਪਾਂ ਵਿੱਚ ਵੀ ਜਿਹੜੇ ਹਨ ਉਹ ਵੀ ਇਸੇ ਕਰਕੇ ਹੀ ਆਪਣੀਆਂ ਕਮਜ਼ੋਰੀਆਂ ਨਹੀਂ ਨਾ ਲਿਖਦੇ ਹਨ ਵੀ ਬੇਇੱਜ਼ਤੀ ਹੋਵੇਗੀ। ਦੇਖੋ ਤੁਸੀਂ ਇੱਥੇ ਵੀ ਇੱਜ਼ਤ ਚਾਹੁੰਦੇ ਹੋ, ਗਰੁੱਪਾਂ ਦੇ ਵਿੱਚ ਵੀ ਮੇਰੇ ਕੋਲ ਵੀ ਇੱਜ਼ਤ ਹੀ ਚਾਹੁੰਦੇ ਹੋ, ਤੇ ਇੱਥੇ ਵੀ ਇੱਜ਼ਤ ਹੀ ਹੋਵੇ। ਇੱਜ਼ਤ ਹੀ ਤੇ ਛੱਡਣੀ ਹੈ, ਇੱਜ਼ਤ ਹੀ ਤੇ ਰੋਗ ਹੈ। ਇੱਜ਼ਤ ਹੀ ਪਾਉਂਦੇ ਤੁਸੀਂ ਸੰਸਾਰ 'ਚ ਮਰ ਜਾਂਦੇ ਹੋ। ਸਾਰੀ ਜ਼ਿੰਦਗੀ ਇੱਜ਼ਤ ਪਾਉਂਦਾ ਰਹਿੰਦਾ, ਫਿਰ ਨਹੀਂ ਮਿਲਦੀ, ਤੜਫਦਾ ਹੈ ਵੀ ਇੱਜ਼ਤ ਮਿਲੀ। ਇੱਜ਼ਤ ਦੇ ਤੇ ਪਵਾੜੇ ਹਨ, ਇਹਦਾ ਕਰਕੇ ਤੇ ਹੰਕਾਰ ਵੱਧਦਾ ਹੈ। ਜਿੰਨੀ ਇੱਜ਼ਤ ਮਾਣ ਮਿਲੇਗਾ ਤੁਹਾਨੂੰ ਓਨਾ ਹੰਕਾਰ ਵਧੇਗਾ। ਤੇ ਇੱਧਰ ਹੰਕਾਰ ਥੋੜ੍ਹੀ ਵਧਾਇਆ ਜਾਣਾ, ਇੱਜ਼ਤ ਨੂੰ ਛੱਡਣਾ ਹੈ। ਇਹੋ ਮੈਂ ਕਹਿੰਦਾ ਹਾਂ ਨਾ ਵੀ ਆਪਣੀਆਂ ਕਮਜ਼ੋਰੀਆਂ ਸਾਰਿਆਂ ਦੇ ਸਾਹਮਣੇ ਰੱਖੋ, ਪਰ ਤੁਸੀਂ ਐਸਾ ਕਰ ਨਹੀਂ ਰਹੇ ਹੋ। ਧਾਰਮਿਕ ਵਿਅਕਤੀ ਵੀ ਇਮਾਨਦਾਰ ਥੋੜ੍ਹੀ, ਤੁਸੀਂ ਜਿੱਥੇ ਜੁੜੇ ਹੋ ਉੱਥੇ ਤੇ ਇਮਾਨਦਾਰ ਹੋ ਨਾ। ਆਪਣੀਆਂ ਕਮਜ਼ੋਰੀਆਂ ਸਗੋਂ ਗਰੁੱਪ ਦੇ ਵਿੱਚ ਪਾਓ। ਆਹ ਜੋ ਮੈਨੂੰ ਪਰਸਨਲ ਪਾਇਆ ਹੈ ਮੈਸੇਜ, ਆਪਣੀ ਗੱਲ ਲਿਖੀ ਹੈ, ਇਹ ਪਾਉਣਾ ਚਾਹੀਦਾ ਇਹਨਾਂ ਵਿੱਚ। ਸਾਰਿਆਂ ਨੂੰ ਪਤਾ ਵੀ ਲੱਗਦਾ ਵੀ ਤੇਰੀ ਕੀ ਅਵਸਥਾ ਹੈ। ਪਰ ਕਵਿਤਾ ਕਿੱਡੀ ਸੋਹਣੀ ਲਿਖ ਕੇ ਪਾਈ। ਦੇਖੋ ਇਹ ਕੋਈ ਤਾਲਮੇਲ ਹੈ। ਇੱਥੇ ਕਿਹਾ ਜਾ ਰਿਹਾ ਹੈ ਵੀ ਬਾਬਾ ਜੀ ਕਈ ਵਾਰ ਤੁਹਾਨੂੰ ਸੁਣਨ ਨਾਲ ਬਹੁਤ ਸਕੂਨ ਮਿਲਦਾ ਹੈ, ਪਰ ਕਈ ਵਾਰ ਬਹੁਤ ਬੇਚੈਨੀ ਮਹਿਸੂਸ ਹੁੰਦੀ ਹੈ, ਕਿਉਂਕਿ ਉਦੋਂ ਤੁਹਾਡੇ ਮਨ ਦੇ ਨਾਲ ਤਾਲਮੇਲ ਨਹੀਂ ਖਾਂਦੀਆਂ ਗੱਲਾਂ, ਤੇ ਬੇਚੈਨੀ ਤਾਂ ਹੋਵੇਗੀ। ਜਦੋਂ ਤਾਲਮੇਲ ਖਾ ਜਾਂਦੀਆਂ ਹਨ ਉਦੋਂ ਬੇਚੈਨੀ ਘੱਟ ਹੁੰਦੀ। ਤਾਲਮੇਲ ਖਾਂਦੀਆਂ ਹਨ ਜਦੋਂ ਗੱਲਾਂ ਤੁਹਾਡੇ ਮਨ ਦੇ ਨਾਲ। ਇਹੋ ਹੀ ਕਾਰਨ ਹੈ ਨਾ, ਜਿੰਨਾ ਚਿਰ ਆਦਮੀ ਦੇ ਮਨ ਨੂੰ ਤਾਲਮੇਲ ਖਾਂਦੀਆਂ ਰਹਿੰਦੀਆਂ ਗੱਲਾਂ, ਧਾਰਮਿਕ ਵਿਅਕਤੀ ਤੇ ਸੁਣਦਾ ਰਹਿੰਦਾ। ਜਦੋਂ ਤਾਲਮੇਲ ਨਹੀਂ ਖਾਂਦੀਆਂ ਵੀ ਮੇਰੇ ਧਰਮ ਦੇ ਉਲਟ ਗੱਲ ਹੋ ਰਹੀ ਹੈ ਤੇ ਬੇਚੈਨ ਹੁੰਦਾ, ਤਦੇ ਛੱਡਦੇ ਹਨ ਲੋਕ, ਸੁਣ ਹਟਦੇ ਹਨ। ਵੀ ਤੁਹਾਡੇ ਮਨ ਦੇ ਅਨੁਕੂਲ ਹੋਣ ਤਾਂ ਹੀ ਨਾ ਬੇਚੈਨ ਹੁੰਦਾ ਮਨ। ਸਿੱਧੀ ਇਹੀ ਗੱਲ ਹੈ। ਤੁਹਾਡੇ ਮਨ ਦੇ ਅਨੁਕੂਲ ਜਿਹੜੀ ਗੱਲ ਹੋਵੇ ਉਹ ਬੇਚੈਨ ਥੋੜ੍ਹੀ ਕਰੇਗੀ, ਪ੍ਰਤੀਕੂਲ ਹੋਵੇਗੀ ਉਹ ਬੇਚੈਨ ਕਰੇਗੀ। ਆਹ ਗੱਲ ਤੁਹਾਨੂੰ ਬੇਚੈਨ ਕਰੇਗੀ ਜੋ ਮੈਂ ਕਹਿ ਰਿਹਾ ਵੀ ਤੁਹਾਡੇ ਅੰਦਰ ਇਮਾਨਦਾਰੀ ਨਹੀਂ ਹੈ, ਤੁਸੀਂ ਖੁਸ਼ਾਮਤ ਚਾਹੁੰਦੇ ਹੋ। ਇਹ ਬੇਚੈਨੀ ਕਰੇਗੀ ਤੇ ਚਾਹੁੰਦੇ ਹੀ ਹੋ, ਪਰ ਖੁਸ਼ਾਮਤ ਦੇ ਨਾਲ ਹੰਕਾਰ ਵਧੇਗਾ। ਹੰਕਾਰ ਤੁਹਾਡਾ ਤੋੜਨਾ ਹੈ, ਇਸ ਕਰਕੇ ਚੋਟ ਕਰਨੀ ਹੈ, ਕਿਸੇ ਢੰਗ ਨਾਲ ਵੀ ਕੀਤੀ ਜਾ ਸਕੇ, ਬਹਾਨਾ ਹੈ ਕੋਈ। ਤੇ ਬੇਚੈਨੀ ਉਦੋਂ ਹੀ ਹੁੰਦੀ ਹੈ ਜਦੋਂ ਤੁਹਾਡੇ ਮਨ ਦੇ ਨਾਲ ਗੱਲ ਤਾਲਮੇਲ ਨਹੀਂ ਖਾਂਦੀ। ਖਿਆਲ ਵਿੱਚ ਰੱਖੋ, ਉਦੋਂ ਹੀ ਤੁਹਾਨੂੰ ਲਾਭ ਵੀ ਹੋਵੇਗਾ ਅਗਰ ਉਹ ਬੇਚੈਨੀ ਨੂੰ ਸਵੀਕਾਰ ਕਰੋ ਬਈ ਉਹ ਠੀਕ ਕਹਿ ਰਹੇ ਹਨ। ਇਹ ਮਨ ਜਿਹੜਾ ਹੈ ਇਹਨੂੰ ਬੇਚੈਨ ਹੋ ਲੈਣ ਦਿਓ। ਮਨ ਹੀ ਹੋ ਰਿਹਾ ਹੈ ਨਾ ਬੇਚੈਨ, ਕਿਉਂਕਿ ਉਹਦੇ ਅਨੁਕੂਲ ਗੱਲ ਨਹੀਂ, ਤੇ ਬਹੁਤਿਆਂ ਨੂੰ ਹੁੰਦੀ ਹੈ, ਤੁਹਾਨੂੰ ਇਕੱਲਿਆਂ ਨੂੰ ਨਹੀਂ। ਬਹੁਤੇ ਤੇ ਛੱਡ ਕੇ ਵੀ ਚਲੇ ਜਾਂਦੇ, ਜ਼ਿਆਦਾ ਬੇਚੈਨ ਹੋ ਜਾਂਦੇ, ਅੱਗ ਲੱਗ ਜਾਂਦੀ ਹੈ ਅੰਦਰ। ਤੇ ਬੇਚੈਨੀ ਸੁਭਾਵਿਕ ਹੈ, ਪਰ ਇਹਦੇ ਨਾਲ ਲਾਭ ਹੋਵੇਗਾ। ਇਹ ਬੇਚੈਨੀ ਤੋਂ ਪਾਰ ਜਾਓਗੇ ਅਗਰ ਬੇਚੈਨੀ ਨੂੰ ਸਵੀਕਾਰ ਕਰੋਗੇ। ਇਹ ਵੀ ਠੀਕ ਹੈ, ਹੋਵੇਗੀ ਬੇਚੈਨੀ। ਕੁਛ ਗੱਲਾਂ ਮਨ ਦੇ ਅਨੁਕੂਲ ਨਹੀਂ ਹੋਣਗੀਆਂ ਤੇ ਬੇਚੈਨੀ ਹੋਵੇਗੀ, ਜਾਂ ਕਰ ਨਾ ਸਕੋਗੇ ਤੁਸੀਂ ਜਿਹੜੀ ਗੱਲ, ਜਾਂ ਸਮਝ ਵਿੱਚ ਨਹੀਂ ਆਵੇਗੀ ਤੇ ਉਹਦੇ ਨਾਲ ਬੇਚੈਨੀ ਵੀ ਹੋਵੇਗੀ।
ਤੇ ਅੱਗੇ ਲਿਖਿਆ, ਮੈਨੂੰ ਕਈ ਵਾਰੀ ਲੱਗਦਾ ਕਿ ਮੈਂ ਬਹੁਤ ਦੂਰ ਆ ਜੀ। ਇਹ ਮੇਰੇ ਵੱਸ ਦੀ ਗੱਲ ਨਹੀਂ, ਮੈਂ ਉਲਝਿਆ ਹੋਇਆ। ਤੁਸੀਂ ਕਿਰਪਾ ਕਰਕੇ ਰਾਹ ਵਿਖਾਓ। ਹੁਣ ਦੇਖੋ, ਤੁਸੀਂ ਖਿਆਲ ਕਰੋ, ਇੱਥੇ ਕਹਿ ਰਿਹਾ ਹੈ ਵੀ ਮੈਂ ਉਲਝਿਆ ਹੋਇਆ ਹਾਂ। ਵਾਕਿਆ 'ਚ ਇਹ ਉਲਝਿਆ ਵੀ ਹੋਇਆ ਹੈ। ਇਹਨੇ ਪਹਿਲਾਂ ਵੀ ਮੈਨੂੰ ਟੈਲੀਫੋਨ ਕੀਤਾ ਸੀ। ਸੰਸਾਰ ਦੇ ਵਿੱਚ ਮਨ ਦਾ ਕੋਈ ਟਿਕਾ ਨਹੀਂ ਬਣ ਰਿਹਾ, ਇਸੇ ਕਰਕੇ ਬੇਚੈਨ ਵੀ ਹੁੰਦਾ ਹੈ। ਸ਼ਾਂਤੀ ਹੈ ਨਹੀਂ। ਪਰ ਕਵਿਤਾ ਦੇਖੋ ਕੈਸੀ ਲਿਖੀ। ਉਹ ਕਵਿਤਾ ਨੂੰ ਸੁਣ ਕੇ ਪੜ੍ਹ ਕੇ ਤੁਹਾਨੂੰ ਇਉਂ ਲੱਗੂਗਾ ਵੀ ਬੰਦਾ ਇਹ ਬਹੁਤ ਪਹੁੰਚਿਆ ਹੋਣਾ, ਵੀ ਕੈਸੀ ਗੱਲ ਲਿਖੀ। ਐਸੀਆਂ ਨਾ ਲਿਖਿਆ ਕਰੋ, ਵਾਸਤਵਿਕਤਾ ਲਿਖੋ ਆਪਣੀ। ਅਗਰ ਕਵਿਤਾ ਦੇ ਵਿੱਚ ਵੀ ਲਿਖਣਾ ਹੈ ਤਾਂ ਸੱਚਾਈ ਲਿਖੋ ਆਪਣੀ। ਸਿਰਫ ਉੱਦਾਂ ਹੀ ਕਵਿਤਾ ਨਾ ਲਿਖਣ ਦੇ ਵਿੱਚ ਲਿਖਿਆ ਕਰੋ ਵੀ ਕਵਿਤਾ, ਇਹ ਤੇ ਬਾਹਰ ਸੰਸਾਰਿਕ ਗੱਲਾਂ ਹੁੰਦੀਆਂ ਨੇ। ਸੰਸਾਰ ਦੇ ਵਿੱਚ ਇਹੋ ਜਿਹੀ ਕਵਿਤਾ ਪੇਸ਼ ਕਰੋ, ਲੋਕ ਖੁਸ਼ ਹੋ ਜਾਣ, ਵਾਹ ਵਾਹ ਵੀ ਕੈਸੀ ਕਵਿਤਾ ਲਿਖੀ। ਇੱਥੇ ਆਪਣੀ ਯਥਾਰਥ ਜੋ ਅਵਸਥਾ ਹੈ, ਮਨ ਦੀ ਅਵਸਥਾ ਹੈ, ਜੈਸਾ ਤੁਹਾਡਾ ਆਪਣਾ ਆਪਾ ਹੈ, ਦਰਅਸਲ ਕਵਿਤਾ ਉਹਦੇ ਵਿੱਚੋਂ ਨਿਕਲੇ। ਸੱਚਾਈ ਚੋਂ ਕਵਿਤਾ ਨਿਕਲੇ, ਉਹ ਕਵਿਤਾ ਵਧੀਆ ਹੁੰਦੀ। ਆਪਣੀ ਮਨ ਦੀ ਅਵਸਥਾ ਚੋਂ ਕਵਿਤਾ ਨਿਕਲੇ, ਵਾਸਤਵਿਕ ਦੇ ਵਿੱਚ ਉਹ ਕਵਿਤਾ ਹੋਊਗੀ। ਭਾਵੇਂ ਸ਼ਬਦ ਵੀ ਠੀਕ ਨਾ ਬੈਠਣ, ਖਿਆਲ ਵਿੱਚ ਰੱਖੋ, ਤਾਂ ਹੀ ਤੁਹਾਡੇ ਗਹਿਰਾਈ ਚੋਂ ਨਿਕਲੇ ਕਵਿਤਾ, ਉਹ ਤੁਹਾਡੀ ਕਵਿਤਾ ਹੋਊਗੀ। ਆਹ ਕਵਿਤਾ ਤੁਹਾਡੀ ਥੋੜ੍ਹੀ ਹੈ ਕਿ ਉੱਦਾਂ ਹੀ ਲਿਖ ਦਿੱਤੀ। ਨਾ ਕਰ ਹੋਸ਼ ਕੀ ਬਾਤ ਮੁਝੇ ਵੀ ਹੋਸ਼ੀ ਮੇ ਰਹਿਨੇ, ਬਹੁਤ ਮਚਾ ਲਿਆ ਸ਼ੋਰ ਗੁਲ ਅਬ ਖਾਮੋਸ਼ੀ ਮੇ। ਖਾਮੋਸ਼ੀ ਕਿੱਥੇ ਹੈ ਤੇਰੇ ਕੋਲ? ਉੱਦਾਂ ਹੀ ਕਵਿਤਾ ਲਿਖੀ ਜਾਂਦੇ। उसकी याद में एक अनोखा सा रस है, मुझे अब उसी की मदहोशी में रहने। ਹੁਣ ਕਿੱਥੇ ਆ ਮਦਹੋਸ਼ੀ ਤੁਹਾਡੇ? ਕਿੱਥੇ ਹੈ ਰਸ ਉਹਦੀ? ਉਹ ਜੇ ਉਹਦਾ ਰਸ ਆ ਜਾਵੇ, ਸੰਸਾਰ ਛੁੱਟ ਨਾ ਜਾਵੇ। ਉਹਦਾ ਰਸ ਤੇ ਆ ਨਹੀਂ ਰਿਹਾ, ਤਦੇ ਛੁੱਟ ਨਹੀਂ ਰਿਹਾ। ना भटका मुझे अब उस मंजिल को पाने से, इस रास्ते पर मुझे ਗਰਮਜੋਸ਼ੀ ਮੇ ਰਹਿਣੇ। ਕੋਈ ਨਹੀਂ ਭਟਕਾਉਂਦਾ ਹੈ ਤੁਹਾਨੂੰ। ਖਿਆਲ ਵਿੱਚ ਤੁਸੀਂ ਆਪ ਭਟਕਣ ਨੂੰ ਤਿਆਰ ਹੋ ਤਾਂ ਭਟਕ ਰਹੇ ਹੋ। ਤੁਸੀਂ ਭਟਕਣਾ ਚਾਹੁੰਦੇ ਹੋ ਤਾਂ ਭਟਕ ਰਹੇ ਹੋ। ਖਿਆਲ ਵਿੱਚ ਰੱਖੋ, ਕਿਸੇ ਤੇ ਕਦੀ ਦੋਸ਼ ਨਾ ਲਾਇਓ ਵੀ ਕੋਈ ਭਟਕਾ ਰਿਹਾ ਹੈ ਤੁਹਾਨੂੰ। ਕਈ ਉਹ ਸੋਚਦੇ ਹਨ ਸਾਡੇ ਬੱਚੇ ਭਟਕਾ ਰਹੇ ਹਨ, ਪਰਿਵਾਰ ਦੇ ਮੈਂਬਰ ਆਪਣੇ ਭਟਕਾ ਰਹੇ ਹਨ। ਕੋਈ ਨਹੀਂ ਭਟਕਾਉਂਦਾ ਹੈ। ਜਿਹੜੇ ਤੁਰ ਪੈਂਦੇ ਹਨ ਨਾ, ਉਹਨਾਂ ਨੂੰ ਕੋਈ ਨਹੀਂ ਭਟਕਾ ਸਕਦਾ ਹੈ। ਉਹ ਸਾਰੇ ਭਟਕਣ ਵਾਲਿਆਂ ਨੂੰ ਪਿੱਛੇ ਛੱਡ ਕੇ ਗਾਂਹ ਚਲੇ ਜਾਂਦੇ ਵੀ ਭਟਕੀ ਜਾਓ, ਭਟਕਾਈ ਜਾਓ। ਨਹੀਂ, ਤੁਹਾਡੇ 'ਚ ਸਾਹਸ ਨਹੀਂ ਹੈ, ਹਿੰਮਤ ਨਹੀਂ ਹੈ। ਤੁਸੀਂ ਕਾਇਰ ਹੋ, ਤੁਸੀਂ ਭਟਕ ਰਹੇ ਹੋ। बहुत जी लिया अब झूठी शानो शौकत में, अब उसके कदमों में सरफरोशी कर लेने दे। ये तो गल ठीक है भी झूठी शानो शौकत दे विच बहुत जी लिया। हुण ਉਹਦੇ ਕਦਮਾਂ ਦੇ ਵਿੱਚ ਸੀਸ ਪੇਟ ਕਰ ਲੈਣੇ ਦੇ, ਮਿਟ ਲੈਣੇ ਦੇ, ਮਿਟ ਜਾਣੇ ਦੇ। ਅਗਰ ਤੁਸੀਂ ਇਹ ਮਨ ਨੂੰ ਕਹਿ ਰਹੇ ਹੋ ਤੇ ਫਿਰ ਤੇ ਠੀਕ ਹੈ, ਕਿਉਂਕਿ ਮਨ ਹੀ ਤੁਹਾਨੂੰ ਭਟਕਾ ਰਿਹਾ ਹੈ। ਮਨ ਦੇ ਹੀ ਪਿੱਛੇ ਚੱਲ ਰਹੇ ਹੋ ਤੁਸੀਂ, ਤੇ ਮਨ ਨੂੰ ਅਗਰ ਲਾਹਨ ਤਾਂ ਪਾਓ ਤੁਸੀਂ, ਤੂੰ ਹੀ ਭਟਕਾ ਰਿਹਾ, ਹੋਰ ਕੋਈ ਨਹੀਂ ਭਟਕਾ ਰਿਹਾ। ਖਿਆਲ ਵਿੱਚ ਰੱਖੋ, ਕਿਸੇ ਤੇ ਸ਼ਿਕਾਇਤ ਨਹੀਂ, ਸ਼ਿਕਵਾ ਨਹੀਂ, ਗਿਲਾ ਨਹੀਂ, ਕੋਈ ਭਟਕਾ ਵੀ ਨਹੀਂ ਸਕਦਾ ਤੁਹਾਨੂੰ। ਅਗਰ ਤੁਸੀਂ ਮੁਕਤ ਹੋਣਾ ਚਾਹੋ ਤਾਂ ਕੌਣ ਭਟਕਾ ਸਕਦਾ? ਨਾਲੇ ਇੱਕ ਇਸਤਰੀ ਤੇ ਹੋ ਸਕਦਾ ਹੈ ਵੀ ਦੂਸਰਿਆਂ ਦੇ ਪਿੱਛੇ ਚੱਲੇ, ਕਿਉਂਕਿ ਇਸਤਰੀ ਨੂੰ ਸਮਾਜ ਨੇ ਜ਼ਿਆਦਾ ਬੰਧਨ ਪਾਏ ਹਨ, ਨਿਕਲਣਾ ਔਖਾ ਹੈ। ਬੰਦੇ ਵਾਸਤੇ ਤਾਂ ਕੋਈ ਕਠਨ ਨਹੀਂ।
ਇਸ ਕਰਕੇ ਬੰਦੇ ਸਾਹਸ ਕਰ ਪਾਉਂਦੇ ਹਨ। ਹਾਂ, ਨਾ ਕਰ ਪਾਉਣ ਤੇ ਵੱਖਰੀ ਗੱਲ ਹੈ। ਤੇ ਕੋਈ ਨਹੀਂ ਭਟਕਾਉਂਦਾ ਹੈ, ਤੁਹਾਡਾ ਮਨ ਭਟਕਾਉਂਦਾ ਹੈ। ਮਨ ਨੂੰ ਲਾਹਨਤਾਂ ਪਾਓ। ਪੁਰਾਣੇ ਸਮਿਆਂ ਦੇ ਵਿੱਚ ਐਸੇ ਸਾਧੂ ਵੀ ਅਸੀਂ ਦੇਖੇ ਹਨ ਕਿ ਜਿਹੜੇ ਉੱਚੀ ਉੱਚੀ ਗਾਲਾਂ ਕੱਢਦੇ ਸਨ ਤੇ ਬੜੀ ਜ਼ੋਰ ਦੀ। ਇੱਕ ਅਸੀਂ ਸਾਧੂ ਦੇਖੇ ਯਮੁਨਾ ਦੇ ਕਿਨਾਰੇ ਉੱਚੀ ਉੱਚੀ ਗਾਲਾਂ ਕੱਢਦਾ। ਇੱਕ ਦੋ ਦਿਨ ਸੁਣੀਆਂ। ਇੱਕ ਦਿਨ ਪੁੱਛ ਹੀ ਲਿਆ ਵੀ ਗਾਲਾਂ ਕਿਹਨੂੰ ਕੱਢਦੇ? ਵੀ ਇੱਥੇ ਦਿਖਦਾ ਤੇ ਕੋਈ ਵੀ ਨਹੀਂ, ਸੁਨਸਾਨ ਹੈ, ਨਦੀ ਹੈ ਇੱਕ ਪਾਸੇ ਬਹਿ ਰਹੀ, ਵੀ ਗਾਲਾਂ ਕਿਹਨੂੰ ਕੱਢੀਆਂ ਜਾ ਰਹੀ? ਉਹ ਕਹਿੰਦਾ ਕਿਸੇ ਨੂੰ ਕੱਢਦਾ, ਆਪਣੇ ਮਨ ਦਾ ਨਾਂ ਲੈ ਕੇ ਨਾ, ਆਹ ਜਿਹੜਾ ਅੰਦਰ ਹੈ ਇਹਨੂੰ ਕੰਜਰ ਨੂੰ ਕੱਢਦਾ। ਉਹ ਆਪਣੇ ਮਨ ਨੂੰ ਹੀ ਕੱਢ ਰਿਹਾ ਸੀ ਵੀ ਤੂੰ ਮੈਨੂੰ ਭਟਕਾ ਰਿਹਾ। ਮਨ ਹੀ ਭਟਕਾਉਂਦਾ ਹੈ, ਹੋਰ ਕੋਈ ਥੋੜ੍ਹੀ ਭਟਕਾ ਰਿਹਾ ਹੈ। ਤੁਹਾਡਾ ਹੀ ਮਨ, ਤੁਹਾਡਾ ਹੀ ਦੁਸ਼ਮਣ ਹੈ। ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਇਹੋ ਹੀ ਦੁਸ਼ਮਣ, ਇਹੋ ਹੀ ਭਟਕਾ ਰਿਹਾ ਹੈ। ਤੇ ਸੂਫੀ ਫਕੀਰ ਕਿਆ ਕਰਦੇ ਸਨ? ਕੋਈ ਜੋ ਸ਼ਿਸ਼ ਉਹਨਾਂ ਕੋਲ ਰਹਿੰਦਾ, ਉਹ ਪੁੱਛਦਾ ਵੀ ਮਨ ਨੂੰ ਸੁਧਾਰਨ ਦਾ ਤਰੀਕਾ ਕੋਈ ਸਿਖਾਲਾ ਜਿਹਾ ਦੱਸੋ, ਵੀ ਹਰ ਵਕਤ ਅਸੀਂ ਖਿਆਲ ਰੱਖ ਸਕੀਏ ਵੀ ਜਦੋਂ ਇਹ ਸੋਚਦਾ ਹੈ ਪੁੱਠਾ ਸਿੱਧਾ ਵਿਚਾਰ ਉੱਠਦੇ ਹਨ, ਉਦੋਂ ਖਿਆਲ ਹੀ ਨਹੀਂ ਰਹਿੰਦਾ ਹੈ ਸਾਨੂੰ। ਤੇ ਉਹ ਕਹਿੰਦੇ ਹੁੰਦੇ ਸਨ ਵੀ ਏਦਾਂ ਕਰਿਆ ਕਰੋ ਵੀ ਜਦੋਂ ਕੋਈ ਵਿਚਾਰ ਆ ਜਾਵੇ, ਪੁੱਠਾ ਸਿੱਧਾ ਘਰ ਦਾ ਖਿਆਲ ਆ ਜਾਵੇ ਜਾਂ ਕੋਈ ਹੋਰ ਖਿਆਲ ਆ ਜਾਵੇ, ਵਿਚਾਰ ਉੱਠ ਜਾਵੇ ਕੋਈ ਵਾਸ਼ਨਾ ਦਾ, ਉਦੋਂ ਆਪਣੇ ਮੂੰਹ ਤੇ ਥੱਪੜ ਮਾਰੋ। ਹਾਂ, ਨਾ ਪਤਾ ਲੱਗੇ ਥੋੜ੍ਹੀ ਦੇਰ ਤੋਂ ਵੱਖਰੀ ਗੱਲ, ਜਦੋਂ ਪਤਾ ਲੱਗ ਜਾਵੇ, ਅਗਰ ਸੁਚੇਤ ਹੋਏ ਤਾਂ ਛੇਤੀ ਪਤਾ ਲੱਗੇਗਾ। ਜਿੰਨਾ ਸੁਚੇਤ ਹੁੰਦਾ ਜਾਂਦਾ ਹੈ ਉਹਨਾਂ ਮਨ ਦਾ ਜ਼ਿਆਦਾ ਪਤਾ ਲੱਗਦਾ ਹੈ। ਜਿੰਨਾ ਵਿਚਾਰਾਂ 'ਚ ਖੋਇਆ ਹੁੰਦਾ ਹੈ ਉਹਨਾਂ ਮਨ ਦਾ ਘੱਟ ਪਤਾ ਲੱਗਦਾ। ਜਿੰਨਾ ਤੁਸੀਂ ਨਿਰਵਿਚਾਰ ਹੁੰਦੇ ਗਏ ਨਾ, ਉਹਨਾਂ ਤੁਹਾਨੂੰ ਉਸੇ ਵੇਲੇ ਪਤਾ ਲੱਗ ਜੂਗਾ ਮਨ ਕੁਛ ਹੋਰ ਸੋਚ ਰਿਹਾ ਹੈ, ਪਹਿਲਾਂ ਹੀ ਖਿਆਲ ਵਿੱਚ ਆ ਜੂ ਗੱਲ। ਜਿੰਨਾ ਸੁਚੇਤ ਪੁਣਾ ਵੱਧਦਾ ਤੇ ਜਿੰਨਾ ਜਿੰਨਾ ਉਹ ਫਿਰ ਸਾਧਕ ਸੁਚੇਤ ਹੁੰਦਾ ਜਾਂਦਾ, ਉਹਨੂੰ ਪਤਾ ਲੱਗਦਾ ਵੀ ਮਨ ਸੋਚਣ ਲੱਗ ਪਿਆ, ਉਹ ਮਾਰਦਾ ਚਪੇੜ। ਉਹ ਕਹਿੰਦਾ ਘਬਰਾਉਣਾ ਨਹੀਂ, ਡਰਨਾ ਨਹੀਂ, ਤੇ ਸ਼ਰਮ ਮਹਿਸੂਸ ਨਹੀਂ ਕਰਨੀ ਹੈ ਵੀ ਕਿੰਨੇ ਸਾਧਕ ਬੈਠੇ ਹੋਏ ਜਾਂ ਲੋਕ ਦੇਖ ਰਹੇ ਵੀ ਮੈਨੂੰ ਬੇਵਕੂਫ ਕਹਿਣਗੇ। ਨਹੀਂ, ਲੋਕਾਂ ਦੇ ਵਿੱਚ ਹੀ ਮਾਰੋ, ਜ਼ਿਆਦਾ ਫਿਰ ਵਧੀਆ ਹੋਊਗਾ। ਫਿਰ ਗਾਂ ਤੋਂ ਮਨ ਸੋਚੇਗਾ ਹੀ ਨਹੀਂ ਵੀ ਬੇਇੱਜ਼ਤੀ ਹੋਈ, ਚੰਗਾ ਹੋਇਆ ਨਾ ਕੰਨ ਤੇ ਚਪੇੜ ਮਾਰੀ, ਇੱਕ ਗੱਲ ਆਪ ਹੀ ਮਾਰੀ, ਤੇ ਲੋਕ ਜ਼ਿਆਦਾ ਬੇਵਕੂਫ ਸਮਝਦੇ ਹਨ, ਅਕਲ ਜ਼ਿਆਦਾ ਆਵੇਗੀ। ਤੋ ਮਨ ਨੂੰ ਸੁਧਾਰਨ ਵਾਸਤੇ ਐਸੇ ਉਪਾਅ ਵੀ ਦੱਸਦੇ ਸਨ। ਆਪਣੇ ਆਪ ਨੂੰ ਝੰਜੋੜੋ, ਲਾਹਨਤਾਂ ਪਾਓ ਇਸ ਮਨ, ਤੇ ਉਪਦੇਸ਼ ਦੇ ਵਿੱਚ ਵੀ ਕਈ ਜਗ੍ਹਾ ਪਾਈਆਂ ਹੋਈਆਂ ਹਨ। ਇਹ ਮਨ ਮੂਰਖ, ਇਹ ਮਨ ਲੋਭੀ ਆ, ਏਦਾਂ ਦੇ ਕਈ ਸ਼ਬਦ ਵਰਤੇ ਹਨ ਵੀ ਮਨ ਜਿਹੜਾ ਹੈ ਇਹੋ ਹੀ ਭਟਕਾਉਂਦਾ ਹੈ, ਤੇ ਤੁਹਾਡਾ ਮਨ ਹੀ ਤੁਹਾਨੂੰ ਭਟਕਾ ਰਿਹਾ ਹੈ, ਪਰ ਤੁਸੀਂ ਮਨ ਦੀ ਸੰਗਤ ਨਹੀਂ ਛੱਡ ਰਹੇ ਹੋ। ਇਹ ਜੋ ਗੁਰਮੁਖ ਪਿਆਰਾ ਹੈ, ਜਿੰਨੇ ਪੰਕਤੀਆਂ ਲਿਖੀਆਂ ਹਨ ਜਾਂ ਦੂਸਰੇ ਪਾਸੇ ਸਮੱਸਿਆ ਵੀ ਲਿਖੀ ਹੈ ਵੀ ਮੈਂ ਬਹੁਤ ਉਲਝਿਆ ਹੋਇਆ ਹਾਂ, ਇਹਦਾ ਮਾਰਗ ਗਿਆਨ ਦਾ ਹੋ ਸਕਦਾ ਹੈ, ਧਿਆਨ ਦਾ ਹੋ ਸਕਦਾ ਹੈ, ਪ੍ਰੇਮ ਦਾ ਨਹੀਂ। ਕਿਉਂਕਿ ਜਿਹਦਾ ਪ੍ਰੇਮ ਦਾ ਮਾਰਗ ਹੋਵੇਗਾ ਨਾ, ਉਹ ਇਹੋ ਜਿਹੀ ਕਵਿਤਾ ਨਹੀਂ ਲਿਖੇਗਾ ਜੈਸੀ ਇਹਨੇ ਲਿਖੀ। ਉਸ ਕਵਿਤਾ ਦੇ ਵਿੱਚ ਪ੍ਰੇਮ ਹੋਵੇਗਾ, ਪ੍ਰੇਮ ਝਲਕੇਗਾ, ਉਹਦੇ ਵਿੱਚ ਵਿਨਮਰਤਾ ਝਲਕੇਗੀ, ਉਹਦੇ ਵਿੱਚ ਸਮਰਪਣ ਝਲਕੇਗਾ। ਉਹ ਕਵਿਤਾ ਹੀ ਹੋਰ ਹੋਵੇਗੀ, ਪ੍ਰੇਮੀ ਦੀ ਕਵਿਤਾ ਹੋਰ ਹੁੰਦੀ। ਇਹ ਕਵਿਤਾ ਹੰਕਾਰ 'ਚੋਂ ਨਿਕਲੀ ਹੋਈ।
ਮਨ 'ਚੋਂ ਨਿਕਲੀ ਹੋਈ ਕਹਿ ਸਕਦੇ, ਤੇ ਪ੍ਰੇਮੀ ਦੀ ਕਵਿਤਾ ਦਿਲ 'ਚੋਂ ਨਿਕਲਦੀ ਹੈ। ਉਹਦੇ 'ਚ ਕਰੁਣਾ ਹੋਵੇਗੀ, ਦਇਆ ਹੋਵੇਗੀ, ਵਿਨਮਰਤਾ ਹੋਵੇਗੀ, ਨਿਮਰਤਾ ਹੋਵੇਗੀ, ਆਪਣੀਆਂ ਕਮਜ਼ੋਰੀਆਂ ਹੋਣਗੀਆਂ, ਵਡਿਆਈ ਨਹੀਂ ਹੋਵੇਗੀ। ਤੇ ਕਵਿਤਾ ਤੋਂ ਹੀ ਪਤਾ ਲੱਗ ਰਿਹਾ ਕਿ ਕਵਿਤਾ ਜਿਹੜੇ ਚਿੱਤ 'ਚੋਂ ਨਿਕਲੀ ਹੋਈ ਹੈ, ਉਹ ਚਿੱਤ ਪ੍ਰੇਮੀ ਦਾ ਨਹੀਂ ਹੈ। ਇਹਨਾਂ ਦਾ ਮਾਰਗ ਪ੍ਰੇਮ ਨਹੀਂ। ਧਿਆਨ ਦਾ ਹੈ ਮਾਰਗ, ਪਰ ਧਿਆਨ ਕਰਨਾ ਬਹੁਤ ਕਠਿਨ ਹੈ। ਧਿਆਨ ਵਾਸਤੇ ਬਹੁਤ ਜ਼ਿਆਦਾ ਅਭਿਆਸ ਚਾਹੀਦਾ, ਖਿਆਲ ਵਿੱਚ ਰੱਖੋ। ਇਸ ਕਰਕੇ ਧਿਆਨੀ ਸੰਸਾਰ ਨੂੰ ਛੱਡ ਕੇ ਦੂਰ ਚਲੇ ਗਏ ਸਨ, ਕਿਉਂਕਿ ਸਮਾਂ ਬਹੁਤ ਚਾਹੀਦਾ ਨਾ। ਲਗਾਤਾਰ ਕੋਈ ਧਿਆਨ ਕਰਦਾ ਰਹੇ ਤੇ ਸਾਲਾਂ ਬੱਧੀ ਕਰੇਗਾ ਤਾਂ ਉਹਦਾ ਮਨ ਸ਼ਾਂਤ ਹੋਵੇ। ਹੁਣ ਤੁਸੀਂ ਗ੍ਰਸਤੀ ਹੋ, ਸਾਰੀ ਦਿਹਾੜੀ ਕੰਮ ਕਰਦੇ ਹੋ, ਸਵੇਰੇ ਸ਼ਾਮ ਥੋੜ੍ਹਾ ਬਹੁਤਾ ਧਿਆਨ ਕਰੋਗੇ ਤੇ ਟਿਕੇਗਾ ਥੋੜ੍ਹੀ ਮਨ। ਬਹੁਤ ਲੰਮਾ ਸਮਾਂ ਚਾਹੀਦਾ। ਲਗਾਤਾਰ ਕੋਈ ਧਿਆਨ ਕਰੇ ਤਾਂ। ਪਰ ਪ੍ਰੇਮ ਦੇ ਵਿੱਚ ਵੀ ਸਾਹਸ ਚਾਹੀਦਾ ਹੈ, ਸਮਰਪਣ ਕਰਨ ਵਾਸਤੇ, ਹੰਕਾਰ ਨੂੰ ਛੱਡਣ ਵਾਸਤੇ ਵੀ ਸਾਹਸ ਚਾਹੀਦਾ। ਹੰਕਾਰ ਨੂੰ, ਮੈਂ ਨੂੰ ਛੱਡਣਾ ਵੀ ਸੁਖਾਲਾ ਨਹੀਂ। ਉਹਦੇ ਵਿੱਚ ਵੀ ਮਿਟਣਾ ਹੋਵੇਗਾ, ਤੇ ਮਿਟਣ ਦੀ ਕੋਈ ਸ਼ਰਤ ਨਹੀਂ ਹੁੰਦੀ। ਜਿਵੇਂ ਆ ਥੱਲੇ ਪਰਮਜੀਤ ਸਿੰਘ ਨੇ ਇੱਕ ਰਿਕਾਰਡਿੰਗ ਪਾਈ ਹੈ, ਆਡੀਓ। ਇਹ ਬਹੁਤ ਸਮੇਂ ਪੁਰਾਣੀ ਹੈ, ਪਹਿਲਾਂ ਵੀ ਇੱਕ ਦੋ ਪ੍ਰੇਮੀਆਂ ਨੇ ਮੈਨੂੰ ਪਾਈ ਸੀ। ਤੇ ਬੁੱਲੇ ਸ਼ਾਹ ਦੀਆਂ ਦੋ ਪੰਗਤੀਆਂ ਦਾ ਹਵਾਲਾ ਦੇ ਕੇ ਕਹਾਣੀ ਇੱਕ ਰਚੀ ਹੋਈ ਹੈ। ਪਰ ਕਹਾਣੀ ਵੀ ਜਿਹੜੀ ਹੈ ਨਾ, ਉਹ ਵੀ ਸਾਰਥਕ ਨਹੀਂ ਹੈ। ਲੋਕ ਪੜ੍ਹਦੇ ਤੇ ਸੁਣਦੇ ਤੇ ਹੈ ਨਹੀਂ, ਪਰ ਉਹ ਪ੍ਰੇਮ ਦੀ ਪਰਿਭਾਸ਼ਾ ਨਹੀਂ ਹੈ। ਹੁਣ ਕਹਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਮੁਟਿਆਰ ਦੁੱਧ ਵੇਚਦੀ ਹੈ ਤੇ ਗਿਣ ਗਿਣ ਕੇ ਪੈਸੇ ਹਰ ਕੋ ਲੈਂਦੀ ਹੈ ਤੇ ਦੁੱਧ ਦਿੰਦੀ ਹੈ। ਪਰ ਉਹਦਾ ਜਦੋਂ ਪ੍ਰੇਮੀ ਆਇਆ ਦੁੱਧ ਲੈਣ ਵਾਸਤੇ, ਤਾਂ ਉਹਨੇ ਜਿੰਨੇ ਵੀ ਪੈਸੇ ਦਿੱਤੇ ਉਹਨੇ ਫੜ ਲਏ ਤੇ ਰੱਖ ਲਏ ਤੇ ਉਹਦਾ ਭਾਂਡਾ ਭਰਤ। ਪਰ ਵਾਸਤਵਿਕ ਦੇ ਵਿੱਚ ਜਿਹੜਾ ਪ੍ਰੇਮ ਕਰਦਾ ਹੈ ਨਾ, ਉੱਥੇ ਉਹ ਸੌਦਾ ਨਹੀਂ ਕਰੇਗਾ। ਅਗਰ ਵਾਸਤਵਿਕ ਦੇ ਵਿੱਚ ਪ੍ਰੇਮ ਹੁੰਦਾ ਨਾ, ਤਾਂ ਉਹਦੇ ਪੈਸੇ ਚੱਕ ਕੇ ਉਹਦੇ ਮੂੰਹ ਤੇ ਮਾਰਦੇ। ਇੱਥੇ ਸੌਦਾ ਨਹੀਂ ਹੈ, ਇੱਥੇ ਲੈਣ ਦੇਣ ਦਾ ਸੰਬੰਧ ਨਹੀਂ। ਪ੍ਰੇਮ ਦੇ ਵਿੱਚ ਪੈਸਾ ਨਹੀਂ, ਧਨ ਨਹੀਂ। ਧਨ ਦੇ ਨਾਲ ਓਟ ਬਣ ਜਾਂਦੀ, ਉੱਥੇ ਪੈਸਾ ਥੋੜ੍ਹੀ ਲਿਆ ਜਾਂਦਾ। ਉੱਥੇ ਤੇ ਸਾਰੀ ਮਟਕੀ ਉਹਨੂੰ ਕਹਿਣਾ ਸੀ, ਲੈ ਜਾ ਚੱਕ ਕੇ, ਤੇਰੀ ਆ ਵੀ ਤੇਰਾ ਹੈ, ਸਰੀਰ ਵੀ ਤੇਰਾ ਹੈ, ਮੈਂ ਵੀ ਤੇਰਾ, ਤੇਰੀ। ਉੱਥੇ ਤੇ ਸਾਰਾ ਕੁਛ ਕੁਰਬਾਨ ਕਰ ਦਿੰਦਾ, ਤੇ ਪੈਸੇ ਥੋੜ੍ਹੀ ਲੈਣੇ ਸੀ। ਤੇ ਪ੍ਰੇਮ ਦੇ ਵਿੱਚ ਲੈਣ ਦੇਣ ਦਾ ਸੰਬੰਧ ਨਹੀਂ ਹੁੰਦਾ। ਜਿੱਥੇ ਲੈਣ ਦੇਣ ਦਾ ਸੰਬੰਧ ਚੱਲਦਾ ਹੈ, ਉੱਥੇ ਪ੍ਰੇਮ ਨਹੀਂ ਹੁੰਦਾ ਹੈ। ਇਹੋ ਹੀ ਫਰਕ ਹੈ। ਤੇ ਇਹਦੇ ਬਾਅਦ ਦੇ ਵਿੱਚ ਜੋ ਬੁੱਲੇ ਸ਼ਾਹ ਦੀਆਂ ਪੰਗਤੀਆਂ ਲਿਖੀਆਂ ਹੋਈਆਂ ਹਨ, ਵੀ ਤਸਬੀਹ ਫੇਰੀ ਮਨ ਨਾ ਫੇਰਿਆ, ਕੀ ਲੈਣਾ ਤਸਬੀਹ ਹੱਥ ਫੜ ਕੇ, ਜਾਗ ਬਿਨਾ ਦੁੱਧ ਜੰਮਦਾ ਨਾ, ਜੇ ਲਾਲ ਹੋਵੇ ਕੜ ਕੜ।
ਇਹ ਤੇ ਗੱਲ ਠੀਕ ਹੈ, ਜਾਗ ਤੋਂ ਬਿਨਾਂ ਦੁੱਧ ਜੰਮਦਾ ਨਹੀਂ, ਪਰ ਜਾਗ ਵੀ ਕੋਈ ਲਾਵੇਗਾ ਤਾਂ ਲੱਗੇਗੀ ਨਾ, ਫਿਰ ਕੋਈ ਲਵਾਵੇਗਾ ਤਾਂ ਲੱਗੇਗੀ ਨਾ। ਹੁਣ ਦੁੱਧ ਨੂੰ ਤੇ ਤੁਸੀਂ ਲਾ ਦਿੰਦੇ ਹੋ, ਪਰ ਬਾਹਰ ਜਿਹੜਾ ਦੂਸਰਾ ਹੈ ਉਹ ਜਾਗਣ ਨੂੰ ਤਿਆਰ ਹੋਵੇਗਾ ਤਾਂ ਹੀ ਉਹਨੂੰ ਜਾਗ ਲੱਗੇਗੀ ਨਾ, ਆਪਣੇ ਆਪ ਥੋੜ੍ਹੀ ਲੱਗ ਜਾਵੇਗੀ। ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਪ੍ਰੇਮੀ ਗਿਣਤੀਆਂ ਮਿਣਤੀਆਂ ਨਹੀਂ ਕਰਦਾ। ਹਾਂ, ਪ੍ਰੇਮ ਦੇ ਵਿੱਚ ਗਿਣਤੀ ਮਿਣਤੀ ਕਾਹਦੀ ਹੁੰਦੀ, ਪਰ ਉਹ ਜੋ ਕਹਾਣੀ ਹੈ ਉਹਦੇ ਵਿੱਚ ਤਾਂ ਗਿਣਤੀ ਮਿਣਤੀ ਹੋ ਹੀ ਗਈ ਨਾ। ਉਹਨੇ ਪੈਸੇ ਲੈ ਲਏ, ਭਾਵੇਂ ਗਿਣੇ ਨਹੀਂ, ਪਰ ਲੈ ਤੇ ਲਏ ਨਾ, ਗਿਣਤੀ ਤੇ ਸ਼ੁਰੂ ਹੋ ਹੀ ਗਈ ਨਾ। ਤੇ ਗਿਣਤੀਆਂ ਮਿਣਤੀਆਂ ਨਹੀਂ ਪ੍ਰੇਮ ਦੇ ਵਿੱਚ ਹੁੰਦੀਆਂ। ਦਰਅਸਲ ਗਿਣਤੀਆਂ ਮਿਣਤੀਆਂ ਉੱਥੇ ਹੁੰਦੀਆਂ ਜਿੱਥੇ ਪ੍ਰੇਮ ਨਾ ਹੋਵੇ। ਹੁਣ ਪਰਮਾਤਮਾ ਦੇ ਨਾਲ ਪ੍ਰੇਮ ਤੇ ਹੈ ਨਹੀਂ ਕਿਸੇ ਨੂੰ, ਅੰਦਰੋਂ ਪਿਆਸ ਨਹੀਂ ਹੈ, ਤੜਫ ਨਹੀਂ ਹੈ, ਵੈਰਾਗ ਨਹੀਂ ਹੈ, ਬਿਰਹਾ ਨਹੀਂ ਹੈ। ਤੇ ਉੱਥੇ ਜਦੋਂ ਪਰਮਾਤਮਾ ਦਾ ਚਿੰਤਨ ਹੋਵੇਗਾ ਤੇ ਗਿਣਤੀ ਮਿਣਤੀ ਹੋਵੇ, ਭਾਵੇਂ ਨਾਮ ਹੀ ਕਰੇ ਤਾਂ ਵੀ ਹੋ ਰਹੀ। ਆਦਮੀ ਇਹ ਨਹੀਂ ਕਹੂਗਾ ਮੈਂ 1 ਘੰਟਾ ਸਵੇਰੇ ਬਹਿਣਾ, 2 ਘੰਟੇ ਸ਼ਾਮ ਨੂੰ ਬਹਿਣਾ, ਇੰਨੇ ਘੰਟੇ ਬਹਿ, ਜਾਂ ਨਾਮ ਹੀ ਕਵੇ ਤਾਂ ਵੀ ਹੋ ਰਹੀ, ਕਿਉਂਕਿ ਅੰਦਰੋਂ ਤੇ ਪਿਆਸ ਹੈ ਨਹੀਂ ਨਾ। ਉਹ ਸੋਚਦਾ ਰਹੇਗਾ ਇੰਨਾ ਟਾਈਮ ਬਹਿ ਗਿਆ, ਆਪਣੇ ਕੋਲੋਂ ਸੋਚੇਗਾ ਦੇਖੋ ਇੰਨਾ ਟਾਈਮ ਮੈਂ ਪਰਮਾਤਮਾ ਦੀ ਯਾਦ ਵਿੱਚ ਲੰਘੇ, ਤੇ ਗਿਣਤੀ ਮਿਣਤੀ ਹੋ। ਜਿੱਥੇ ਪ੍ਰੇਮ ਹੋਵੇਗਾ ਉੱਥੇ ਯਾਦ ਆਵੇਗੀ, ਉੱਥੇ ਗਿਣਤੀ ਮਿਣਤੀ ਕਿਵੇਂ ਹੋਵੇਗੀ? ਜਦੋਂ ਯਾਦ ਆਵੇਗੀ ਫਿਰ ਯਾਦ ਹੀ ਨਹੀਂ ਰਹਿ ਜਾਵੇਗਾ ਟਾਈਮ ਦਾ ਥੋੜ੍ਹੀ ਯਾਦ ਰਹਿ ਜਾਂਦਾ। ਜਦੋਂ ਯਾਦ ਪਿਆਰੇ ਦੀ ਆਉਂਦੀ, ਪ੍ਰੀਤਮ ਦੀ ਆਉਂਦੀ, ਆਦਮੀ ਭੁੱਲ ਹੀ ਜਾਂਦਾ, ਖਾਣਾ ਪੀਣਾ ਭੁੱਲ ਗਏ। ਤੇ ਜਦੋਂ ਪਿਆਰੇ ਦੀ ਯਾਦ ਆਉਂਦੀ ਹੈ ਨਾ, ਉਦੋਂ ਯਾਦ ਟਾਈਮ ਦੀ ਨਹੀਂ ਰਹਿ ਜਾਂਦੀ, ਫਿਰ ਵਕਤ ਦਾ ਥੋੜ੍ਹੀ ਪਤਾ ਲੱਗਦਾ, ਗਿਣਤੀਆਂ ਮਿਣਤੀਆਂ ਭੁੱਲ ਜਾਂਦੇ। ਤੇ ਜਿਹੜੇ ਪ੍ਰੇਮੀ ਹਨ ਉਹ ਗਿਣਤੀਆਂ ਮਿਣਤੀਆਂ ਥੋੜ੍ਹੀ ਕਰਦੇ, ਉੱਥੇ ਗਿਣਤੀ ਮਿਣਤੀ ਨੇ। ਹਾਂ, ਜਿਨ੍ਹਾਂ ਨੂੰ ਪ੍ਰੇਮ ਨਹੀਂ ਹੈ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਅੰਦਰ ਕੋਰੇ ਹਨ ਬਿਲਕੁਲ, ਉਹ ਫਿਰ ਗਿਣਤੀਆਂ ਮਿਣਤੀਆਂ ਕਰਦੇ। ਤੇ ਜਿੱਥੇ ਪ੍ਰੇਮ ਹੈ ਉੱਥੇ ਤੇ ਯਾਦ ਆਉਂਦੀ ਹੀ ਹੈ, ਕਰਨੀ ਵੀ ਨਹੀਂ ਪੈਂਦੀ ਹੈ। ਕੋਈ ਕਵੇ ਯਾਦ ਕਰ, ਪ੍ਰੇਮ ਕਰਦਾ, ਤੇ ਨਹੀਂ, ਪ੍ਰੇਮ ਹੈ ਤੇ ਯਾਦ ਹੋਊਗਾ, ਆਊਗਾ ਹੀ, ਆਪਣੇ ਆਪ ਹੀ ਆਊਗਾ। ਸਗੋਂ ਨਾ ਕਹੋ ਵੀ ਨਾ ਯਾਦ ਕਰੋ ਤਾਂ ਵੀ ਯਾਦ ਆਉਂਦਾ। ਪ੍ਰੇਮ ਤੇ ਗੱਲ ਹੀ ਉਲਟੀ ਹੈ ਨਾ। ਤੇ ਜਿਨ੍ਹਾਂ ਦਾ ਪ੍ਰੇਮ ਮਾਰਗ ਹੈ ਨਾ, ਉਹਨਾਂ ਨੂੰ ਸਾਹਸ ਕਰਨਾ ਪੈਂਦਾ ਹੈ, ਸਮਰਪਣ ਕਰਨ ਵਾਸਤੇ, ਬਹੁਤ ਵੱਡਾ ਸਾਹਸ। ਜਿਵੇਂ ਮੈਂ ਕੱਲ ਕਿਹਾ ਸੀ ਕਿ ਇੱਕ ਤੇ ਹੈ ਸਾਗਰ ਵਿੱਚ ਤਰਨਾ, ਦੂਸਰਾ ਹੈ ਤਰਨ ਬਾਰੇ ਪੜ੍ਹ ਲੈਣਾ। ਪੜ੍ਹਨ ਵਾਲਾ ਤੇ ਨੌਲੇਜ ਹਾਸਿਲ ਕਰ ਲੈਂਦਾ ਹੈ, ਨੌਲੇਜ ਹੋ ਗਈ, ਪਰ ਤਰਨਾ ਵਾਸਤਵਿਕ ਦੇ ਵਿੱਚ ਗਿਆਨ ਹੈ। ਉਹ ਨੌਲੇਜ ਤੁਹਾਡੇ ਕੋਲ ਸਾਰੀ ਹੈਗੀ ਹੈ, ਅਗਰ ਤੁਹਾਨੂੰ ਕੋਈ ਸਾਗਰ ਕੋਲ ਲੈ ਕੇ ਜਾਵੇ ਵੀ ਆਓ ਮੈਂ ਤੁਹਾਨੂੰ ਤਰਨਾ ਸਿਖਾਵਾਂ, ਅਗਰ ਤੁਹਾਨੂੰ ਸ਼ਰਧਾ ਨਾ ਹੋਈ, ਭਾਵਨਾ ਨਹੀਂ ਹੋਈ, ਪ੍ਰੇਮ ਨਾ ਹੋਇਆ, ਤੁਸੀਂ ਉਤਰੋਗੇ ਨਹੀਂ ਸਾਗਰ 'ਚ। ਤੁਸੀਂ ਕਹੋਗੇ ਤੁਹਾਡਾ ਕੀ ਪਤਾ, ਕੀ ਭਰੋਸਾ, ਡੋਬਦੇ ਹੋ। ਸ਼ਰਧਾ ਨਾ ਹੋਵੇਗੀ ਤੁਸੀਂ ਤਰਨਾ ਵੀ ਅਗਲਾ ਸਿਖਾਵੇਗਾ ਤਾਂ ਵੀ ਨਹੀਂ ਤਰੋਗੇ, ਤੁਸੀਂ ਡਰੋਗੇ ਵੀ ਅਣਜਾਣ ਬੰਦਾ ਹੈ, ਪਤਾ ਨਹੀਂ। ਇੱਦਾਂ ਹੋਇਆ ਵਿਦੇਸ਼ ਦੇ ਵਿੱਚ ਇੱਕ ਮਾਈ ਹੈ, ਉਹਨੂੰ ਸਰੀਰਕ ਬਿਮਾਰੀ ਸੀ, ਤੇ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਤਰਿਆ ਕਰ ਰੋਜ਼। ਉੱਧਰ ਇਹੋ ਜਿਹੇ ਉਪਾਅ ਦੱਸ ਦਿੰਦੇ ਲੋਕ। ਤੇ ਉਹ ਕਿਸੇ ਹੋਟਲ ਦੇ ਸਵੀਮਿੰਗ ਪੂਲ ਦੇ ਵਿੱਚ ਤਰਨ ਵਾਸਤੇ ਗਈ। ਤਰਨਾ ਤੇ ਆਉਂਦਾ ਨਹੀਂ ਸੀ ਉਹਨੂੰ, ਤੇ ਜਿਹੜੇ ਸਿਖਾਉਂਦੇ ਹਨ ਤਰਨਾ, ਉੱਥੇ ਸਪੈਸ਼ਲ ਹੁੰਦੇ ਹਨ ਸਿਖਾਉਣ ਵਾਲੇ, ਉਹਨਾਂ ਨੂੰ ਫੀਸ ਦੇਣੀ ਪੈਂਦੀ ਹੈ, ਉਹ ਫਿਰ ਤਰਨਾ ਸਿਖਾਉਂਦੇ। ਕਹਿੰਦੀ ਮੈਨੂੰ ਬੜਾ ਡਰ ਲੱਗੇ ਕਿ ਇਹ ਆਦਮੀ ਦਾ ਕੋਈ ਪਤਾ ਨਹੀਂ, ਡੋਬ ਹੀ ਦੇਵੇ। ਭਾਵੇਂ ਬਹੁਤਾ ਪਾਣੀ ਨਹੀਂ ਸੀ ਉਹਦੇ ਵਿੱਚ, ਫਿਰ ਵੀ ਡਰ ਲੱਗਦਾ ਹੈ ਵੀ ਇਹ ਬੰਦੇ ਦਾ ਕੀ ਪਤਾ, ਵਿਚਾਲੇ ਜਾ ਕੇ ਹੱਥ ਛੱਡ ਦੇ, ਡਰ ਲੱਗਦਾ ਹੈ। ਉਹਨੇ ਤਾਂ ਪੈਸੇ ਲੈਣੇ ਹਨ, ਹੁਣ ਜਿਹਨਾਂ ਪੈਸੇ ਲੈ ਰਿਹਾ, ਪ੍ਰੇਮ ਤੇ ਹੈ ਨਹੀਂ। ਜਿੱਥੇ ਪੈਸੇ ਦਾ ਸੰਬੰਧ ਹੈ ਉੱਥੇ ਤੇ ਡਰ ਲੱਗੇਗਾ ਹੀ ਨਾ, ਓਪਰਾ ਹੈ। ਇੱਦਾਂ ਹੀ ਧਾਰਮਿਕ ਲੋਕ ਕਰ ਰਹੇ ਹਨ, ਸਾਧਨਾ ਕਰਨ ਵਾਸਤੇ ਵੀ ਪੈਸੇ ਲੈਂਦੇ ਹਨ। ਦੇਖੋ, ਕਹਿੰਦੇ ਨਾਮ ਜਪਾਉਣਾ ਹੈ, ਸ਼ਿਵਰ ਲਾਉਣਾ ਹੈ, ਸਾਧਨਾ ਕਰਾਉਣੀ, ਪੈਸੇ ਲੈ ਰਹੇ।
ਉਹ ਤਰਨਾ ਥੋੜ੍ਹੀ ਸਿਖਾ ਰਹੇ, ਨਾ ਹੀ ਤੁਸੀਂ ਸਿੱਖੋਗੇ। ਇੱਥੇ ਤੇ ਬਹੁਤ ਗਹਿਰੀ ਭਾਵਨਾ ਤੇ ਪ੍ਰੇਮ, ਇੱਥੇ ਕੋਈ ਬਾਹਰਲੀ ਕੋਈ ਚੀਜ਼ ਦੁਆਰਾ ਤਾਂ ਸੰਬੰਧ ਥੋੜ੍ਹੀ ਪ੍ਰੇਮ ਬਾਹਰਲੀ ਕਿਸੇ ਚੀਜ਼ ਦੁਆਰਾ ਥੋੜ੍ਹੀ ਹੁੰਦਾ ਹੈ ਵੀ ਤੁਸੀਂ ਜ਼ਿਆਦਾ ਧਨ ਦੇ ਦਿੱਤਾ, ਉਸ ਤੇ ਕਰਤੀ, ਕੁਛ ਹੋਰ ਦੇ ਦਿੱਤਾ ਵੀ ਹੋ ਗਿਆ ਪ੍ਰੇਮ। ਨਹੀਂ, ਪ੍ਰੇਮ ਅਕਾਰਨ ਹੁੰਦਾ ਹੈ। ਪ੍ਰੇਮ ਬਹੁਤ ਗਹਿਰਾ ਸੰਬੰਧ ਹੈ। ਇਹ ਪ੍ਰੇਮ ਦਾ ਜਿਹੜਾ ਮਾਰਗ ਹੈ ਨਾ, ਇਹਦੇ ਤੇ ਬਹੁਤ ਸਾਹਸ ਚਾਹੀਦਾ ਹੈ। ਅਗਿਆਤ ਸਾਗਰ ਦੇ ਵਿੱਚ ਤੁਸੀਂ ਉਤਰਨਾ ਹੈ ਤੇ ਕਿਸੇ ਅਣਜਾਣ ਆਦਮੀ ਦਾ ਤੁਸੀਂ ਹੱਥ ਫੜਨਾ ਹੈ ਤੇ ਸਾਰੇ ਸੰਸਾਰ ਨਾਲ ਸੰਬੰਧ ਟੁੱਟ ਜਾਣਾ ਹੈ। ਤੇ ਡਰ ਲੱਗਦਾ ਹੈ ਨਾ, ਪਤਾ ਨਹੀਂ ਪਹੁੰਚੀਏ ਨਾ ਪਹੁੰਚੀ, ਬਹੁਤ ਭੈਭੀਤ ਹੁੰਦਾ ਹੈ ਆਦਮੀ, ਤੇ ਭੈ ਵੀ ਸੁਭਾਵਿਕ ਹੈ। ਇਹ ਗੱਲ ਖਿਆਲ ਵਿੱਚ ਰੱਖਿਓ ਵੀ ਧਿਆਨ ਦਾ ਮਾਰਗ ਜਾਂ ਗਿਆਨ ਦਾ ਮਾਰਗ ਉਹਦੇ ਤੇ ਵੀ ਬਹੁਤ ਸੰਕਲਪ ਦੁਆਰਾ ਚੱਲ ਹੋਵੇਗਾ। ਫਿਰ ਵੀ ਜਿਹਨੂੰ ਤੁਸੀਂ ਸੁਣ ਰਹੇ ਹੋ, ਭਾਵੇਂ ਧਿਆਨ ਦਾ ਮਾਰਗ, ਗਿਆਨ, ਸ਼ਰਧਾ ਹੋਵੇਗੀ ਤਾਂ ਹੀ ਤੁਸੀਂ ਸੁਣੋਗੇ, ਤਾਂ ਹੀ ਤੁਸੀਂ ਮੰਨੋਗੇ। ਜਿਸ ਤਰ੍ਹਾਂ ਕੱਲ੍ਹ ਹੀ ਮੈਂ ਉਸ ਰਿਕਾਰਡਿੰਗ ਬਾਰੇ ਕਿਹਾ ਸੀ ਵੀ ਇਹਨੂੰ ਹੀ ਤੁਸੀਂ ਸੱਚ ਸਮਝ ਲਿਆ, ਤੇ ਐਸੀਆਂ ਰਿਕਾਰਡਿੰਗਾਂ ਹੀ ਤੁਸੀਂ ਸੁਣਦੇ ਰਹੇ, ਤੁਸੀਂ ਭਟਕ ਜਾਓਗੇ। ਹੁਣ ਜਿਹਨੂੰ ਭਾਵਨਾ ਸ਼ਰਧਾ ਹੋਵੇਗੀ ਉਹੋ ਹੀ ਗੱਲ ਮੰਨੇਗਾ ਨਾ, ਭਾਵੇਂ ਉਹ ਗਿਆਨ ਦੇ ਰਸਤੇ ਤੇ ਹੀ ਚੱਲ ਰਿਹਾ ਹੈ, ਧਿਆਨ ਦੇ ਰਸਤੇ ਤੇ ਹੀ ਚੱਲ ਰਿਹਾ, ਪਰ ਪ੍ਰੇਮ ਦੇ ਰਸਤੇ ਤੇ, ਸ਼ਰਧਾ ਦੇ ਰਸਤੇ ਤੇ ਕੋਈ ਬਹੁਤ ਜ਼ਿਆਦਾ ਗਹਿਰਾਈ ਦਾ ਭਾਵ ਚਾਹੀਦਾ ਹੈ, ਬਹੁਤੀ ਭਾਵਨਾ ਹੋਵੇਗੀ ਤਾਂ। ਤੇ ਇੱਕ ਤੇ ਆਦਮੀ ਖੁਦ ਤਰ ਕੇ ਪਾਰ ਜਾਂਦਾ ਹੈ, ਸਾਹਸ ਕਰਦਾ ਹੈ ਤਰਨ, ਉਹ ਤੇ ਕੋਈ ਕਰੋੜਾਂ ਚੋਂ ਇੱਕ ਹੈ। ਬਾਕੀ ਜ਼ਿਆਦਾ ਸਹਾਰਾ ਲੈ ਕੇ ਚੱਲਦੇ ਹਨ, ਦੂਸਰੇ ਦੇ ਸਹਾਰੇ, ਵੀ ਦੂਸਰਾ ਤਰ ਰਿਹਾ ਹੈ ਤੇ ਮੈਂ ਵੀ ਤਰ ਸਕਦਾ, ਤਰ ਸਕਦੀ। ਦੂਸਰੇ ਨੂੰ ਦੇਖ ਕੇ ਤਰਨ ਦਾ ਸ਼ੌਂਕ ਪੈਦਾ ਹੁੰਦਾ। ਕੋਲੇ ਹੋਵੇ ਤੇ ਜ਼ਿਆਦਾ ਪਤਾ ਲੱਗਦਾ, ਕੋਈ ਤਰ ਰਿਹਾ ਹੈ, ਕਦੇ ਕਦੇ ਖਿਆਲ ਵਿੱਚ ਵੀ ਆਉਂਦਾ ਹੈ, ਤੇ ਦੂਸਰੇ ਨੂੰ ਦੇਖ ਕੇ ਸਾਹਸ ਪੈਦਾ ਹੁੰਦਾ ਹੈ ਤੇ ਦੂਸਰੇ ਦੇ ਨਾਲ ਤਰਿਆ ਜਾ ਸਕਦਾ ਹੈ। ਸਿਖਾਲਾ ਹਿੰਮਤ ਵੱਜਦੀ।